ਆਪਾਂ ਡਿਫਾਈਨ ਕਰ ਰਹੇ ਸੀਗੇ ਕਿ ਵੀ ਜੇ ਐਸ ਸੱਚ ਡਾਈ ਐਟੋਮਿਕ ਗੈਸ ਦਾ ਮੋਲੀਕਿਊਲ ਹੋਵੇ ਤੇ ਆਪਾਂ ਉਹਦੀਆਂ ਡਿਗਰੀ ਆਫ ਫਰੀडम ਕੱਢਣੀ ਹੋਣ। ਤੁਸੀਂ ਕੰਸੀਡਰ ਕੀਤਾ ਸੀ ਜਿਹੜਾ ਡਾਈ ਐਟੋਮਿਕ ਗੈਸ ਦਾ ਮੋਲੀਕਿਊਲ ਹੈ ਨਾ, ਇਹਦੇ ਅੰਦਰ ਜੇ ਆ ਦੋ ਐਜ ਤੇ ਦੋ ਐਟਮ ਪਏ ਆ, ਇਹਦੀਆਂ ਅਸੀਂ ਟ੍ਰਾਂਸਲੇਸ਼ਨਲ ਡਿਗਰੀ ਆਫ ਫਰੀडम ਗਿਣੀਆਂ ਕਿੰਨੀਆਂ ਤੇ ਇਹਦੀਆਂ ਰੋਟੇਸ਼ਨਲ ਡਿਗਰੀ ਆਫ ਫਰੀडम ਗਿਣੀਆਂ ਕਿੰਨੀਆਂ। ਤੇ ਆਪਾਂ ਡਿਫਾਈਨ ਕੀਤਾ ਸੀਗਾ ਕਿ ਜਦੋਂ ਇਹ ਟ੍ਰਾਂਸਲੇਸ਼ਨਲ ਡਿਗਰੀ ਗਿਣਨੀਆਂ, ਅਸੀਂ ਦੋਨੋਂ ਐਟਮ ਕੰਬਾਈਨ ਕਰਕੇ ਪੁਆਇੰਟ ਸਾਈਜ਼ ਗਿਣ ਲਿਆ ਉਹਨੂੰ, ਤੇ ਪੁਆਇੰਟ ਆਬਜੈਕਟ ਦੀਆਂ ਤਿੰਨ ਟ੍ਰਾਂਸਲੇਸ਼ਨਲ ਡਿਗਰੀ ਆਫ ਫਰੀडम ਆ। ਤੇ ਦੂਜੇ ਪਾਸੇ ਜੇ ਰੋਟੇਸ਼ਨ ਲੈ ਕੇ ਚਲੀਏ ਤਾਂ ਅਸੀਂ ਕਿਹਾ ਸੀ ਜੇ ਆ ਐਕਸ ਐਕਸਿਸ ਤੇ ਮੋਲੀਕਿਊਲ ਪਿਆ ਵਾ ਤੇ ਇਹ ਐਕਸ ਤੇ ਵਾਈਬ੍ਰੇਟ ਤੇ ਕਰ ਸਕਦਾ ਪਰ ਐਕਸ ਤੇ ਰੋਟੇਟ ਨਹੀਂ ਕਰ ਸਕਦਾ। ਇਹਦੀ ਰੋਟੇਸ਼ਨ ਜਿਹੜੀ ਪੋਸੀਬਲ ਆ ਉਹ ਵਾਈ ਐਕਸਿਸ ਤੇ ਪੋਸੀਬਲ ਆ, ਠੀਕ ਹੈ। ਇਹਦੀ ਰੋਟੇਸ਼ਨ ਜਿਹੜੀ ਪੋਸੀਬਲ ਆ ਉਹ ਜ਼ੈਡ ਤੇ ਪੋਸੀਬਲ। ਇਹਦਾ ਮਤਲਬ ਇਹ ਚ ਦੋ ਐਕਸਿਸ ਤੇ ਰੋਟੇਟ ਕਰਨ ਦੀ ਡਿਗਰੀਜ਼ ਆਫ ਫਰੀडम ਹੈਗੀ ਆ ਤੇ ਤਿੰਨ ਐਕਸਿਸ ਦੇ ਉੱਤੇ ਇਹਦੀ ਟ੍ਰਾਂਸਲੇਸ਼ਨਲ ਡਿਗਰੀ ਆਫ ਫਰੀडम ਹੈਗੀ ਆ। ਸੋ ਡਾਈ ਐਟੋਮਿਕ ਗੈਸ ਮੋਲੀਕਿਊਲ ਦੀਆਂ 5 ਡਿਗਰੀ ਆਫ ਫਰੀडम ਸੀਗੀਆਂ, ਠੀਕ ਹੈ। ਔਰ ਵਾਈਬ੍ਰੇਸ਼ਨ ਹਜੇ ਅਸੀਂ ਕੰਸੀਡਰ ਨਹੀਂ ਕੀਤੀ। ਫਿਰ ਉਸ ਤੋਂ ਬਾਅਦ ਅਸੀਂ ਕਿਹਾ ਕਿ ਜੇ ਐਸ ਐਚ ਟਰਾਈ ਐਟੋਮਿਕ ਗੈਸ ਮੋਲੀਕਿਊਲ ਆ ਜੇ, ਟਰਾਈ ਐਟੋਮਿਕ ਦੇ ਅੰਦਰ ਫਿਰ ਕੰਡੀਸ਼ਨ ਇਹ ਵੀ ਦੇਖਣੀ ਪਏਗੀ ਕਿ ਮੋਲੀਕਿਊਲ ਲੀਨੀਅਰ ਸਟਰਕਚਰ ਦਾ ਵਾ ਕਿ ਨਾਨ ਲੀਨੀਅਰ ਦਾ। ਲੀਨੀਅਰ ਹੋਏਗਾ ਤੇ ਉਹਦੀਆਂ ਡਿਗਰੀ ਆਫ ਫਰੀडम, ਲੀਨੀਅਰ ਮੋਲੀਕਿਊਲ ਹੋਏਗਾ ਤਾਂ ਉਹਦੀਆਂ ਡਿਗਰੀ ਆਫ ਫਰੀडम ਜਿਹੜੀਆਂ ਅਸੀਂ ਕਾਊਂਟ ਕਰਦੇ ਉਹ 7 ਆ, ਠੀਕ ਹੈ। ਨਾਨ ਲੀਨੀਅਰ ਆ ਤਾਂ ਉਹਦੀਆਂ ਡਿਗਰੀ ਆਫ ਫਰੀडम 6 ਆ। ਉਹਦੇ ਲਈ ਇੱਕ ਫਾਰਮੂਲਾ ਡਿਫਾਈਨ ਕੀਤਾ ਸੀ n ਦਾ, ਕਿ ਡਿਗਰੀ ਆਫ ਫਰੀडम ਅਸੀਂ n = 3a - r ਦੇ ਫਾਰਮੂਲੇ ਚੋਂ ਲੈ ਲੈਣੇ। n ਡਿਗਰੀ ਆਫ ਫਰੀडम ਨੇ, a ਮੇਰੇ ਕੋਲ ਗਿਵਨ ਗੈਸ ਮੋਲੀਕਿਊਲ ਦੇ ਅੰਦਰ ਨੰਬਰ ਆਫ ਐਟਮਸ ਨੇ ਤੇ r ਉਹਨਾਂ ਦੇ ਇੰਡੀਪੈਂਡੈਂਟ ਰਿਲੇਸ਼ਨਸ ਨੇ। ਆਪਾਂ ਜਿੱਦਾਂ ਡਿਫਾਈਨ ਕੀਤਾ ਸੀਗਾ ਕਿ ਵੀ ਮੰਨ ਲਓ ਤੁਹਾਡੇ ਕੋਲ CO2 ਦਾ ਲੀਨੀਅਰ ਮੋਲੀਕਿਊਲ ਹੋਵੇ ਤੇ ਉਸ ਮੋਲੀਕਿਊਲ ਦੇ ਅੰਦਰ ਤੁਹਾਡੇ ਕੋਲ SH, ਠੀਕ ਹੈ, ਉਸ ਮੋਲੀਕਿਊਲ ਦੇ ਅੰਦਰ ਦੋ ਰਿਲੇਸ਼ਨਸ ਉਹਦੇ ਜਿਹੜੇ ਨੇ ਉਹ ਫਿਕਸ ਅਪ ਹੋ ਜਾਂਦੇ ਆ, ਠੀਕ ਹੈ। ਯਾਨੀ ਜਿੰਨੇ ਇੱਕ ਬੌਂਡ ਅਸੀਂ ਗਿਣਦੇ ਇੱਕ ਦੂਜੇ ਐਟਮ ਨਾਲ ਉਹਨੇ ਅਸੀਂ ਰਿਲੇਸ਼ਨ ਗਿਣਦੇ ਆ। ਇਹਨਾਂ ਵਿੱਚ ਦੋ ਰਿਲੇਸ਼ਨਸ ਅਸੀਂ ਕਹਿੰਦੇ ਫਿਕਸ ਹੋ ਜਾਂਦੇ, ਠੀਕ ਹੈ। r ਦੀ ਵੈਲਿਊ 2 ਆ ਗਈ, ਐਟਮ ਮੇਰੇ 3 ਆ ਗਏ, 3 3 ਦਾ 9 - 2 ਯਾਨੀ 7 ਡਿਗਰੀ ਆਫ ਫਰੀडम ਆ। फिर आप जे नॉन लीनियर मॉलिक्यूल होवे, ठीक है, जे नॉन लीनियर मॉलिक्यूल होवे, एग्जांपल आप इदा दे लई कि जिदा मान लो वाटर का मॉलिक्यूल हो जे, ठीक है, ते एदे अंदर ਅਸੀਂ ਕਿਹਾ ਜੀ ਤਿੰਨ ਉਹਦੇ ਰਿਲੇਸ਼ਨ ਫਿਕਸ ਵਾ, ਠੀਕ ਹੈ। ਇਸ ਲਈ ਇਹਦੀਆਂ ਡਿਗਰੀ ਆਫ ਫਰੀडम ਅਸੀਂ ਕਾਊਂਟ ਕੀਤੀਆਂ ਸੀ, ਅਸੀਂ ਕਿਹਾ 6 ਆਂਦੀਆਂ ਪਈਆਂ। ਸੋ ਇਸ ਵੇ ਨਾ ਮੇਰੇ ਕੋਲ ਆ ਆਇਆ ਸੀਗਾ ਕਿ ਮੋਲੀਕਿਊਲ ਜਿਹੜਾ ਹੋਏਗਾ, ਠੀਕ ਹੈ, ਉਹ ਲੀਨੀਅਰ ਗਿਵਨ ਆ, ਨਾਨ ਲੀਨੀਅਰ ਗਿਵਨ ਆ, ठीक है जी, डायटोमिक दा वा, ट्राई एटोमिक दा वा या पॉली एटोमिक दा वा, ओदियां डिग्री ऑफ फ्रीडम किन्नियां ने उसी इस फार्मूले नाल कैलकुलेट कर सकदे। क्या इन्नी गल क्लियर आ? यस उस तो बाद आपां क्या सीगा अपने कोल एक टॉपिक है सी लॉ ऑफ इक्विपार्टीशन ऑफ एनर्जी, जिच असीं डिफाइन कीता सी कि भी जदों किसी गैस मॉलीक्यूल्स नूं तुसीं हीट एनर्जी यानी थर्मल एनर्जी सप्लाई करदे हो ਤੇ ਉਦੋਂ ਐਸ ਸੱਚ ਜਿਹੜੀ ਹੀਟ એનર્ਜੀ ਉਹ ਸਿਸਟਮ ਦੇ ਅੰਦਰ ਗੈਸ ਮੋਲੀਕਿਊਲ ਨੂੰ ਡਿਸਟ੍ਰੀਬਿਊਟ ਕਰਨੀ ਆ, ਉਹ ਕਿਹੜੇ ਵੇ ਨਾਲ ਕਰਦੇ ਆ। ਜੇ ਇੱਕ ਕੰਟੇਨਰ ਚ ਮੋਨੋਟੋਮਿਕ ਗੈਸ ਆ, ਇੱਕ ਚ ਡਾਈ ਆ, ਇੱਕ ਚ ਟਰਾਈ ਆ, ਇੱਕ ਚ ਪੋਲੀ ਆ, ਤੁਸੀਂ ਕਿਹਾ ਸੀ ਜੀ ਹਰ ਮੋਲੀਕਿਊਲ ਦੀ ਅੱਗਿਓਂ ਹਰ ਡਿਗਰੀ ਆਫ ਫਰੀडम ਨੂੰ ਅਸੀਂ ਇਕੁਅਲ ਅਮਾਉਂਟ ਆਫ એનર્ਜੀ ਸਪਲਾਈ ਕਰਦੇ। ਅਸੀਂ ਇਹ ਨਹੀਂ ਦੇਖਾਂਗੇ ਕਿ ਤੁਹਾਡੇ ਕੋਲ ਗਿਵਨ ਕੰਟੇਨਰ ਦੇ ਅੰਦਰ ਗੈਸ ਮੋਲੀਕਿਊਲ ਕਿੰਨੇ ਆ, ਅਸੀਂ ਅੱਗਿਓਂ ਹਰ ਗੈਸ ਮੋਲੀਕਿਊਲ ਦੀਆਂ ਮੋਨੋ ਐਟੋਮਿਕ ਆ ਤਾਂ ਉਹਦੀਆਂ 3 ਡਿਗਰੀ ਆਫ ਫਰੀडम ਆ ਤੇ ਤਿੰਨਾਂ ਨੂੰ ਬਰਾਬਰ ਦੀ એનર્ਜੀ ਮਿਲਣੀ ਚਾਹੀਦੀ, ਠੀਕ ਹੈ। ਜੇ ਡਾਇਟੋਮਿਕ ਆ ਤੇ ਉਹ ਚ 5 ਡਿਗਰੀ ਆਫ ਫਰੀडम ਆ, ਮਤਲਬ ਜੇ ਡਾਇਟੋਮਿਕ ਗੈਸ ਮੈਂ ਫਿਲ ਕੀਤੀ ਕਿਸੇ ਕੰਟੇਨਰ ਚ ਤੇ ਉਹਦੇ ਇੱਕ ਮੋਲੀਕਿਊਲ ਕੋ 5 ਡਿਗਰੀ ਆਫ ਫਰੀडम ਆ, ਠੀਕ ਹੈ। ਤੇ ਇਹਦੇ ਮਤਲਬ ਉਹਨੂੰ 5 ਐਕਸਿਸ ਤੇ ਮੂਵ ਕਰਨ ਦੀ ਜਿਹੜੀ ਆ ਉਹ એનર્ਜੀ ਚਾਹੀਦੀ ਆ, ਠੀਕ ਹੈ। ਟ੍ਰਾਈਟੋਮਿਕ ਆ ਉਹਦੀਆਂ 7 ਜਾਂ 6 ਡਿਗਰੀ ਆਫ ਫਰੀडम ਆ, ठीक है। इस मतलब हर एक्सिस दे उत्ते जिहड़ी आ वो इक्वल अमाउंट ऑफ एनर्जी चाहिदी आ ते फिर ਅਸੀਂ ਕਿਹਾ ਸੀ हर एक्सिस दे उत्ते, ठीक है, मूव करन लई जिहड़ी उहदे कोल एज सच एनर्जी रिक्वायर्ड आ ओदी अमाउंट हर डिग्री ऑफ फ्रीडम कोल हाफ केबीटी ਅਸੀਂ डिफाइन करदे, ठीक है। ये हाफ केबीटी एनर्जी जिहड़ी आ ये ट्रांसलेशनल मोशन दी फॉर्म च भी जानी, ये उहदे कोल रोटेशनल मोशन च भी जानी ਤੇ ਪਰ ਜੇ ਵਾਈਬ੍ਰੇਸ਼ਨਲ ਮੋਸ਼ਨ ਨਾਲ ਗਿਣ ਲਈਏ, ਹੁਣ ਤੱਕ ਦੀ ਗੱਲ ਚ ਅਸੀਂ ਵਾਈਬ੍ਰੇਸ਼ਨਲ ਮੋਡ ਕਿਤੇ ਨਹੀਂ ਗਿਣੇ, ਤੁਸੀਂ ਕਿਹਾ ਸੀ ਜੇ ਵਾਈਬ੍ਰੇਸ਼ਨਲ ਮੋਡ ਵੀ ਗਿਣ ਕੇ ਚੱਲੀਏ ਕਿ ਵੀ ਆ ਮੇਰੇ ਕੋਲ ਮੋਲੀਕਿਊਲ ਵਾਈਬ੍ਰੇਟ ਵੀ ਕਰਦਾ ਪਿਆ ਤੇ ਵਾਈਬ੍ਰੇਸ਼ਨਲ ਮੋਡ ਦੇ ਅੰਦਰ ਅਸੀਂ ਇਹ ਕਿਹਾ ਸੀਗਾ
कि वाइब्रेशन च दो तरह की एनर्जी इन्वॉल्व है। एक ਇਹਦਾ इंटर पार्टिकल गैप ਜਿਹੜਾ है ना वो चेंज हो रहा, ठीक है जी, ਉਹਦੇ ਲਈ એનર્ਜੀ ਚਾਹੀਦੀ ਆ। ਇੱਕ ਇਹਨੂੰ ਆਪਣੀ ਮੋਸ਼ਨ ਬਣਾ ਕੇ ਰੱਖਣ ਲਈ એનર્ਜੀ ਚਾਹੀਦੀ ਆ। ਇਹਦਾ ਮਤਲਬ ਇੰਟਰ ਪਾਰਟੀਕਲ ਗੈਪ ਵਾਸਤੇ ਜਿਹੜੀ એનર્ਜੀ ਆ ਉਹ ਪੋਟੈਂਸ਼ੀਅਲ એનર્ਜੀ ਦੀ ਫਾਰਮ ਚ ਆ, ਉਹ ਇਲਾਸਟਿਕ ਪੋਟੈਂਸ਼ੀਅਲ એનર્ਜੀ ਦੀ ਫਾਰਮ ਚ ਆ, ਤੇ ਦੂਜੇ ਪਾਸੇ ਮੋਸ਼ਨ ਕਰਕੇ ਜਿਹੜੀ એનર્ਜੀ ਉਹ ਕਾਈਨੈਟਿਕ એનર્ਜੀ ਦੀ ਫਾਰਮ ਚ ਆ। ਇਸ ਲਈ ਵਾਈਬ੍ਰੇਸ਼ਨਲ ਮੋਡ ਦੇ ਅੰਦਰ यानी जे वाइब्रेशनल डिग्री ऑफ फ्रीडम ਅਸੀਂ ਕਾਊਂਟ ਕਰਨੀ ਆ ਤੇ એનર્ਜੀ ਹਾਫ kBt ਨਹੀਂ ਸੀਗੀ, ਉੱਤੇ ਸੀ ਗਿਆ ਸੀ ਜੀ એનર્ਜੀ ਹਾਫ kBt प्लस हाफ kBt, यानी ਮੈਨੂੰ એનર્ਜੀ kBt ਦੇ ਬਰਾਬਰ ਚਾਹੀਦੀ ਹੈ। ठीक है, वाइब्रेशन करानी आ, ठीक है, डायटोमिक गैस ਦਾ ਮੰਨ ਲਓ ਮੋਲੀਕਿਊਲ ਆ, ठीक है, ਉਹਦੇ ਅੰਦਰ ट्रांसलेशनल मोशन भी आ, ਉਹਦੇ ਅੰਦਰ रोटेशनल मोशन भी आ, ਤੇ ਉਹ ਚ ਵਾਈਬ੍ਰੇਸ਼ਨਲ मोशन भी आ। ਤੇ ਫਿਰ ਜਿਹੜੀ ਟ੍ਰਾਂਸਲੇਸ਼ਨਲ ਮੋਸ਼ਨ ਹੋਏਗੀ, ਠੀਕ ਹੈ, ਜੇ ਉਹਦੀਆਂ 3 ਡਿਗਰੀ ਆਫ ਫਰੀडम ਆ, 2 ਡਿਗਰੀ ਆਫ ਫਰੀडम ਰੋਟੇਸ਼ਨ ਤੋਂ ਮਿਲਦੀਆਂ, ਤੇ ਜੇ ਅਸੀਂ ਨਾਲ ਇਹ ਲੈ ਕੇ ਚੱਲੀਏ ਕਿ ਉਹ ਮੋਲੀਕਿਊਲ ਵਾਈਬ੍ਰੇਟ ਵੀ ਕਰਦਾ ਪਿਆ, ਤੇ ਫਿਰ ਜਦੋਂ ਉਹਦੀ ਟੋਟਲ એનર્ਜੀ ਲਿਖੂੰਗਾ ਹਾਫ kBt એનર્ਜੀ ਮੇਰੇ ਕੋਲ ਲਿਖੀ ਜਾਏਗੀ ਉਹਦੀ ਟ੍ਰਾਂਸਲੇਸ਼ਨਲ ਮੋਸ਼ਨ ਕਰਕੇ, ਹਾਫ kBt એનર્ਜੀ ਉਹਦੀ ਲਿਖੀ ਜਾਏਗੀ ਟ੍ਰਾਂਸਲੇਸ਼ਨਲ ਮੋਸ਼ਨ ਕਰਕੇ, हाफ kBt एनर्जी ਉਹਦੀ ਲਿਖੀ ਜਾਏਗੀ ਮੇਰੇ ਕੋਲ ਜਿਹੜੀ ਕਹਿੰਦਾ ਜੀ ਰੋਟੇਸ਼ਨਲ ਮੋਸ਼ਨ ਕਰਕੇ, ਪਰ kBt એનર્ਜੀ ਲਿਖੀ ਜਾਏਗੀ ਉਹਦੀ ਵਾਈਬ੍ਰੇਸ਼ਨਲ ਮੋਸ਼ਨ ਕਰਕੇ। ਕਿ ਇੰਨੀ ਗੱਲ ਸਮਝ ਲੱਗਦੀ ਪਈ? ਓਏ ਹੈਗੇ ਹੋ? यस सर। यस सर। ਕੱਲ ਵਾਲਾ ਸਾਰਾ ਹੀ ਰਿਕਾਲ ਕਰਾਉਣਾ ਪਿਆ, ਕਿਆ ਇੰਨੀ ਗੱਲ ਸਮਝ ਲੱਗਦੀ ਪਈ ਹੈ ਬੱਚੇ? यस सर। यस सर। नॉर्मल कंडीशन दे अंदर ਅਸੀਂ ਵਾਈਬ੍ਰੇਸ਼ਨਲ ਮੋਡ ਐਡ ਨਹੀਂ ਕਰਦੇ, ਪਰ ਜੇ ਵਾਈਬ੍ਰੇਸ਼ਨਲ ਮੋਸ਼ਨ ਵੀ ਆ ਜਾਏ ਤੇ ਉਹ ਚ ਪੁੱਤੇ ਇੱਕੋ ਚੀਜ਼ ਦਾ ਧਿਆਨ ਰੱਖ ਲਓ, ਜਿਹੜੀ ਟ੍ਰਾਂਸਲੇਸ਼ਨਲ ਜਾਂ ਰੋਟੇਸ਼ਨਲ ਮੋਸ਼ਨ ਆ ਉਹ ਚ ਹਰ ਗੈਸ ਮੋਲੀਕਿਊਲ ਦੀ ਹਰ ਡਿਗਰੀ ਆਫ ਫਰੀडम ਨੂੰ ਜਿਹੜੀ એનર્ਜੀ ਮਿਲਦੀ ਆ ਉਹ ਹਾਫ kBt ਮਿਲਦੀ ਹੈ। ਪਰ ਜੇ ਉਹਦੀ ਵਾਈਬ੍ਰੇਸ਼ਨਲ ਮੋਸ਼ਨ ਵੀ ਕੰਸੀਡਰ ਕਰਦੇ ਆ, ਠੀਕ ਹੈ, ਤੇ ਫਿਰ એનર્ਜੀ ਹਰ ਡਿਗਰੀ ਆਫ ਫਰੀडम ਨੂੰ kBt ਦੇ ਕਹਿੰਦਾ ਜੀ ਬਰਾਬਰ ਮਿਲਦੀ ਹੈ। ਮਤਲਬ ਜਿਹੜੇ ਵੀ ਐਕਸਿਸ ਤੇ ਉਹਨੇ ਵਾਈਬ੍ਰੇਟ ਕਰਨਾ, ਉੱਥੇ ਉਹ ਵਾਈਬ੍ਰੇਟ ਕਰਦੇ ਹੋਏ ਹਨਾ ਜਿਹੜੀ એનર્ਜੀ ਐਬਜ਼ੌਰਬ ਕਰੇਗਾ ਉਹ kBt ਦੇ ਬਰਾਬਰ એનર્ਜੀ ਐਬਜ਼ੌਰਬ ਕਰੇਗਾ। ਪਰ ਜੇ ਉਹਨੇ ਟ੍ਰਾਂਸਲੇਸ਼ਨਲ ਮੋਸ਼ਨ ਲੈਣੀ ਆ, ਜੇ ਉਹਨੇ ਰੋਟੇਸ਼ਨਲ ਮੋਸ਼ਨ ਲੈਣੀ ਆ, ਹਨਾ, ਤੇ ਇਸ ਕੇਸ 'ਚ ਉਹ એનર્ਜੀ ਜਿਹੜੀ ਐਬਜ਼ੌਰਬ ਕਰਦਾ ਆਪਣੀ ਰੋਟੇਸ਼ਨ ਕਰਨ ਵਾਸਤੇ ਜਾਂ ਆਪਣੀ ਟ੍ਰਾਂਸਲੇਸ਼ਨਲ ਮੋਸ਼ਨ ਵਾਸਤੇ, ਉਹ ਹਾਫ kBt ਲੈਂਦਾ। ਪਰ ਜੇ ਉਹ ਵਾਈਬ੍ਰੇਟ ਕਰਨਾ ਸ਼ੁਰੂ ਕਰਨਾ ਹੋਵੇ ਉਹਨੇ, ਤੇ ਵਾਈਬ੍ਰੇਸ਼ਨ ਕਰਨ ਵਾਸਤੇ એનર્ਜੀ ਜਿਹੜੀ ਆ ਉਹ ਐਸਐਚ ਨੂੰ kBt ਦੇ ਬਰਾਬਰ ਚਾਹੀਦੀ ਹੈ। ਕਿ ਆ ਸਾਰੀ ਗੱਲਾਂ ਕਲੀਅਰ ਨੇ? यस सर। यस सर। ਇਹ ਸਾਰਾ ਹੀ ਕੱਲ ਵਾਲਾ ਕੰਮ ਆ ਜਿਹੜਾ ਕਰਦੇ ਪਏ ਆਪਾਂ। ਨੈਕਸਟ ਟਾਪਿਕ ਹੁਣ ਇੱਥੋਂ ਸ਼ੁਰੂ ਕਰ ਰਹੇ ਹਾਂ, ਉਹ ਚ ਆਪਾਂ ਨੇ ਇਹਨਾਂ ਚੀਜ਼ਾਂ ਦੀ ਲੋੜ ਰਹਿਣੀ ਸੀਗੀ। ਟਾਪਿਕ ਹੈਗਾ ਤੁਹਾਡੇ ਕੋਲ ਡਿਟਰਮੀਨੇਸ਼ਨ ਆਫ value of gamma for ਇਸ ਤੋਂ ਅੱਗੇ ਆਪਣੇ ਕੋਲ ਜੋ ਹੋਏਗਾ, ਠੀਕ ਹੈ ਜੀ, ਉਹ ਡਿਫਰੈਂਟ ਟਾਈਪ ਦੀ ਗੈਸਸ ਆ ਜਾਣੀਆਂ। ਉਹਨਾਂ ਚੋਂ ਪਹਿਲਾ ਟਾਪਿਕ ਬਣਾਵਾਂਗੇ ਫॉर ਮੋਨੋ ਐਟੋਮਿਕ ਗੈਸ। गामा सब तो पहले वर्ड ले लिया, पर गामा किनो डिफाइन करते हैं? थर्मोडायनामिक्स ਆਪਾਂ ਪੜਿਆ ਹੋਇਆ ਕਿ गामा बेसिकली Cp ਤੇ Cv ਦੀ ਰੇਸ਼ੋ ਨੂੰ ਕਿਹਾ ਸੀ, ਠੀਕ ਹੈ। here gamma ਜੇ ਸਭ ਤੋਂ ਪਹਿਲਾਂ ਵਰਡ ਆਈ ਲੈ ਕੇ ਚੱਲਾਂ ਤੇ gamma is the ratio of specific heat capacity of the gas at constant pressure to that of the ਕਹਿੰਦਾ ਜੇ specific heat capacity of the gas at constant volume। ਇਹਦਾ ਮਤਲਬ ਇਹ ਹੋ ਗਿਆ ਕਿ ਜੇ ਗਿਵਨ ਕੰਟੇਨਰ 'ਚ ਕੋਈ ਗੈਸ ਫਿਲ ਕੀਤੀ ਆ, ਮੋਨੋਟੋਮਿਕ ਆ, ਡਾਇਟੋਮਿਕ ਆ, ਟਰਾਈ ਆ, ਕੋਈ ਵੀ ਗੈਸ ਫਿਲ ਕੀਤੀ ਆ, ਜਦੋਂ ਮੈਂ ਉਹਨੂੰ ਹੀਟ ਕਰਨਾ ਸ਼ੁਰੂ ਕਰਾਂਗਾ, ਹਨਾ, ਜਦੋਂ ਉਹਨੂੰ ਅਸੀਂ ਹੀਟ ਕਰਦੇ ਵੀ ਅਸੀਂ ਕਿਹਾ ਉਹਦੇ ਹਰ ਗੈਸ ਦੇ ਡਿਗਰੀ ਆਫ ਫਰੀडम ਨੂੰ, ਹਰ ਗੈਸ ਦੇ ਮੋਲੀਕਿਊਲ ਦੀਆਂ ਅੱਗੇ ਡਿਗਰੀ ਆਫ ਫਰੀडम ਨੂੰ, ਠੀਕ ਹੈ, ਜਦੋਂ ਅਸੀਂ એનર્ਜੀ ਸਪਲਾਈ ਕਰਦੇ, ਮਤਲਬ ਇਹ ਆ ਬੇਟਾ ਕਿ ਵੀ ਇੱਕ ਕੰਟੇਨਰ 'ਚ ਗੈਸ ਫਿਲ ਕੀਤੀ ਔਰ ਉਹਨੂੰ ਮੈਂ ਹੀਟ ਕਰਦਾ ਪਿਆ, ਤੇ ਜਿਹੜੀ ਮੈਂ ਥਰਮਲ એનર્ਜੀ ਨੂੰ ਦਿੰਦਾ ਪਿਆ ਨਾ, ਉਹ ਗੈਸ ਮੋਲੀਕਿਊਲ ਥਰਮਲ એનર્ਜੀ ਕਿੱਦਾਂ ਐਬਜ਼ੌਰਬ ਕਰਦੇ ਆ। ਤਾਂ ਅਸੀਂ ਕਿਹਾ ਜੀ ਉਹਦੇ ਵਿੱਚ ਜਦੋਂ ਗੈਸ ਮੋਲੀਕਿਊਲ ਨੇ એનર્ਜੀ ਐਬਜ਼ੌਰਬ ਕਰਨੀ ਹੈ ਨਾ, ਤੇ ਉਹਦੇ ਵਿੱਚ ਇੱਕ ਗੈਸ ਮੋਲੀਕਿਊਲ ਦੀਆਂ ਜਿੰਨੇ ਵੀ ਐਕਸਿਸ ਤੇ ਮੋਸ਼ਨ ਪੋਸੀਬਲ, ਹਰ ਐਕਸਿਸ ਦੇ ਉੱਤੇ ਉਹਨੇ ਬਰਾਬਰ ਦੀ ਆਪਣੀ એનર્ਜੀ ਰਖਾ ਲੈਣੀ, ਠੀਕ ਹੈ। ਇਹਦਾ ਮਤਲਬ ਇਹ ਹੋ ਗਿਆ ਕਿ ਗਿਵਨ ਗੈਸ ਮੋਲੀਕਿਊਲ ਕਿੰਨੀ એનર્ਜੀ ਲਏਗਾ, ਉਹ ਡਿਪੈਂਡ ਕਰੇਗਾ ਉਸ ਗੈਸ ਮੋਲੀਕਿਊਲ ਦੀਆਂ
डिग्री ऑफ फ्रीडम कितनी आ? इन्नी गल समझ लग रही बच्चे? Yes. इन्नी गल समझ आ रही आ? Yes, sir. चलो यही चीज ਨੂੰ ਸ਼ੁਰੂ ਕਰ ਰਿਹਾ। ਸੋ ਜੇ ਮੋਨੋਟੋਮਿਕ ਗੈਸ ਵਾਸਤੇ ਲੈ ਕੇ ਚਲੀਏ ਤੇ ਆਪਾਂ ਡਿਫਾਈਨ ਕਰਾਂਗੇ ਕਿ ਵੀ ਪਹਿਲੋ ਡਿਫਾਈਨ ਕਰ ਲਓ ਇੱਕ ਡਿਗਰੀ ਆਫ ਫਰੀडम ਕੋ એનર્ਜੀ ਕਿੰਨੀ, ਨੈਕਸਟ ਲਾਈਨ ਚ ਉਹਦੀਆਂ ਇੱਕ ਮੋਲੀਕਿਊਲ ਦੀਆਂ ਸਾਰੀਆਂ ਡਿਗਰੀ ਆਫ ਫਰੀडम ਕੋ એનર્ਜੀ ਕਿੰਨੀ, ਉਸ ਤੋਂ ਬਾਅਦ ਮੇਰੇ ਕੋਲ ਐਸ ਸੱਚ ਕਹਿੰਦਾ ਜੀ ਮੇਰੀ ਗਿਵਨ ਗੈਸ ਦੇ ਅੰਦਰ ਇੱਕ ਮੋਲ ਦੇ ਜਿੰਨੇ ਮੋਲੀਕਿਊਲ ਉਹਦੀ એનર્ਜੀ ਕਿੰਨੀ, ਠੀਕ ਹੈ। ਫਿਰ ਉਹਦੇ ਬਿਹਾਫ ਦੇ ਉੱਤੇ ਜਾ ਕੇ ਅਸੀਂ ਸੀਪੀ ਤੇ ਸੀਵੀ ਲੱਭਣੇ ਆ। ਉੱਤੇ ਆਪਾਂ ਐਸ ਸੱਚ ਮੇਅਰ ਫਾਰਮੂਲਾ ਕੀਤਾ ਸੀ, ਇੱਕ ਟੌਪਿਕ ਆਇਆ ਸੀ ਰਿਲੇਸ਼ਨ ਬਿਟਵੀਨ ਸੀਪੀ ਐਂਡ ਸੀਵੀ, ਠੀਕ ਹੈ। ਉਸ ਰਿਲੇਸ਼ਨ ਚ ਆ ਫਾਰਮੂਲਾ ਸੀਗਾ, ਇਹ ਦੁਬਾਰਾ ਇੱਕ ਵਾਰੀ ਆਪਾਂ ਹੁਣ ਲਿਖ ਲੈਣਾ ਜਿਹੜਾ ਲਿਖਣ ਲੱਗਿਆ, ਠੀਕ ਹੈ। ਇਹ ਵੈਸੇ ਵੀ ਸਿੱਧਾ ਯਾਦ ਰੱਖ ਲਓ, ਠੀਕ ਹੈ, ਤੁਹਾਨੂੰ ਰਿਲੇਸ਼ਨ ਡਰਾਈਵ ਕਰਨਾ ਸੌਖਾ ਹੋਏਗਾ। CV ਇਕੁਅਲ ਟੂ du by dt, ਯਾਨੀ ਜਿਹੜਾ CV ਹੋਏਗਾ ਉਹ ਐਸ ਸੱਚ ਇੰਟਰਨਲ એનર્ਜੀ ਦੀ ਜਾਂ એનર્ਜੀ ਦੀ ਡਿਫਰੈਂਸ਼ੀਏਸ਼ਨ ਵਿਦ ਰਿਸਪੈਕਟ ਟੂ ਟੈਂਪਰੇਚਰ ਕਰਕੇ ਆਂਦਾ। ਹੁਣ ਇਹ ਲਿਖਿਆ ਕਿੱਥੋਂ ਆ ਰਿਲੇਸ਼ਨ, ਆਪਾਂ ਇਹਦੀ ਗੱਲ ਕਰ ਲੈਣੀ ਆਪਾਂ ਟੌਪਿਕ ਦੇ ਅੰਦਰ ਇੱਕ ਵਾਰੀ, ਠੀਕ ਹੈ। ਤੇ ਦੁਬਾਰਾ ਤੋਂ ਇਹਨੂੰ ਹਮੇਸ਼ਾ ਯਾਦ ਰੱਖੋਗੇ ਤੁਸੀਂ ਜਿੱਥੇ ਲੋੜ ਹੈਗੀ ਹੈ, ਕਿਉਂਕਿ ਜੇ CV ਇਥੋਂ ਨਿਕਲ ਆਇਆ ਤਾਂ CP ਵੀ ਆਪਣਾ ਨਿਕਲ ਆ, ठीक है। CPCV दोनों आगे तो अपना गामा बन जाएगा। इतना क्लियर है बच्चे? Yes, sir. शुरू कर रहे हैं एक टॉपिक दे वर्ड टू वर्ड ध्यान समझ लियो, बाकियां दे विच सिर्फ एक नंबर बदली जावांगे तो डेरिवेशन बनी जानी है, ठीक है जी। We know that when a gas molecule is heated, when a gas is to be heated, by supplying some heat energy, by supplying some heat energy, then energy given to each degree of freedom, then energy given to each degree of freedom, बौद्धिक नाम लिख देने according to law of equipartition of energy, ठीक है। then energy given to each degree of freedom is, ਉਹਦੀ ਵੈਲਿਊ ਅਸੀਂ ਡਿਫਾਈਨ ਕੀਤੀ ਆ, ਆਪਣੇ ਕੋਲ ਆ ਜਾਏਗੀ ਹਾਫ kBT। क्या आ लाइन क्लियर क्यों लिखी है ਆਪਾਂ? Yes. ਹੁਣ ਇਸੇ ਥਾਂ ਤੋਂ ਇਹਨੂੰ ਸ਼ੁਰੂ ਕਰ ਰਹੇ ਹਾਂ। therefore एवरेज एनर्जी, यही लाइन दोबारा एक बार लिख रहे हैं, एवरेज एनर्जी पर मॉलिक्यूल पर डिग्री ऑफ फ्रीडम, ठीक है। एवरेज एनर्जी एक मॉलिक्यूल दी एक डिग्री ऑफ फ्रीडम को कहना जी दैट इज इक्वल टू हाफ kBT। ਹੁਣ ਆ ਲਾਈਨ ਤੋਂ ਅਗਲੀ ਲਾਈਨ ਜਿਹੜੀ ਆ ਇਹਨੇ ਤੁਹਾਡੇ ਆਰਟੀਕਲ ਚੇਂਜ ਕਰਾਣੇ ਆ। ਜਿਵੇਂ ਕੋਲ ਮੋਨੋ, ਆਪਣੇ ਕੋਲ ਚਾਰ ਡੈਰੀਵੇਸ਼ਨਾਂ ਵਾ, ਮੋਨੋਟੋਮਿਕ, ਡਾਇਐਟੋਮਿਕ, ट्राइएटॉमिक ते पॉलीएटॉमिक। ਉਹ ਚ ਪੁੱਤ ਫਰਕ ਹੁਣ ਕਿੱਥੋਂ ਪਈ ਹੈ ਨਾ, ਠੀਕ ਹੈ। ਆ ਜਦੋਂ ਤੁਸੀਂ ਐਸ ਚ ਲਾਈਨ ਡਿਫਾਈਨ ਕੀਤੀ, ਨੈਕਸਟ ਲਾਈਨ ਦੇ ਅੰਦਰ ਅਸੀਂ ਇਹਦੀ ਜਿਹੜੀ એનર્ਜੀ ਆ, ਇੱਥੇ ਅਸੀਂ એનર્ਜੀ ਡਿਫਾਈਨ ਕੀਤੀ ਆ ਐਵਰੇਜ એનર્ਜੀ ਪਰ ਮੋਲੀਕਿਊਲ ਪਰ ਡਿਗਰੀ ਆਫ ਫਰੀडम, ਤੇ ਫਿਰ ਪਰ ਡਿਗਰੀ ਆਫ ਫਰੀडम ਦੀ એનર્ਜੀ ਤੋਂ ਅੱਗੇ ਜਦੋਂ ਅਸੀਂ ਟੋਟਲ ਡਿਗਰੀ ਆਫ ਫਰੀडम ਦੀ એનર્ਜੀ ਦੇਣੀ ਆ, ਉਹ ਹਰ ਡਿਫਰੈਂਟ ਗੈਸ ਲਈ ਡਿਫਰੈਂਟ ਆ। ਮੋਨੋਟੋਮਿਕ ਹੋਊਗੀ ਤਾਂ ਅਸੀਂ ਕਹਾਂਗੇ ਜੀ 3 ਡਿਗਰੀ ਆਫ ਫਰੀडम ਆ, ਇਹਦਾ ਮਤਲਬ ਆ ਜਾਏਗਾ ਨੈਕਸਟ ਲਾਈਨ now average energy per molecule for all degree of freedom, ठीक है, for all degree of freedom। ऊपर ਆਪਾਂ ਟੌਪਿਕ ਸ਼ੁਰੂ ਕਰਾਇਆ ਵਾ ਮੋਨੋਟੋਮਿਕ ਗੈਸ ਦਾ, ਤੇ ਮੋਨੋਐਟੋਮਿਕ ਗੈਸ ਦੀਆਂ ਡਿਗਰੀ ਆਫ ਫਰੀडम ਇੱਕੋ 3 ਹੋ ਗਈਆਂ। Yes, sir. 3 ਟਾਈਮ ਹਾਫ kBT ਕਰ ਦਿਓ, ਯਾਨੀ ਆਪਣੇ ਕੋਲ ਵੈਲਿਊ ਬਣ ਗਈ 3/2 kBT। ਤੇ ਜੇ ਡਾਇਐਟੋਮਿਕ ਹੈ ਇੱਥੇ 5 ਆ ਜਾਣਾ, ਟ੍ਰਾਈਐਟੋਮਿਕ ਹੈ ਤੇ ਦੋ ਡੈਰੀਵੇਸ਼ਨਾਂ ਬਣਾ ਲਾਂਗੇ, ਨਾਨ ਲੀਨੀਅਰ ਹੈ ਕਿ ਲੀਨੀਅਰ ਹੈ, ਯਾਨੀ 7 ਜਾਂ 6 ਨੰਬਰ ਇੱਥੇ ਪੈ ਜਾਣਾ। ਤੇ ਜੇ ਆਪਣੇ ਕੋਲ ਪੋਲੀ ਐਟੋਮਿਕ ਗੈਸ ਆ, ਉਹਦੀਆਂ ਕਹਿ ਦਾਂਗੇ ਜੀ n ਡਿਗਰੀ ਆਫ ਫਰੀडम ਆ, ਉਹ ਡਿਫਾਈਨ ਨਹੀਂ ਆਪਣੇ ਕੋਲ ਕਿੰਨੀਆਂ ਆਣੀਆਂ, ਉਹਦੀਆਂ n ਡਿਗਰੀ ਆਫ ਫਰੀडम ਤੇ ਇੱਥੇ 3 ਦੀ ਥਾਂ ਤੇ n ਲਾ ਕੇ ਚੱਲੂਗਾ। ਕਿਆ ਇੰਨੀ ਗੱਲ ਸਮਝ ਲੱਗੀ? Yes, sir. Yes, sir. Yes, sir. ਜੇ ਇਤੋਂ ਲਿਖ ਕੇ ਚੱਲੀਏ ਤਾਂ ਆਪਾਂ ਜਿੰਨੀਆਂ ਇੱਕ ਮੋਲੀਕਿਊਲ ਦੀਆਂ ਪਰ ਮੋਲੀਕਿਊਲ ਦੀਆਂ ਜਿੰਨੀਆਂ ਡਿਗਰੀ ਆਫ ਫਰੀडम ਨੇ ਉਹਦੀ એનર્ਜੀ ਡਿਫਾਈਨ ਕਰ ਲਈ।
ਨੈਕਸਟ ਲਾਈਨ ਚ ਆਪਾਂ ਇਹਨੂੰ ਇੱਕ ਮੋਲ ਵਾਸਤੇ ਡਿਫਾਈਨ ਕਰ ਦਿੰਦੇ, ਕਿਉਂਕਿ ਸੀਪੀ ਤੇ ਸੀਵੀ ਜਦੋਂ ਡਿਫਾਈਨ ਕਰਦੇ ਇਹ ਮੋਲਰ ਸਪੈਸੀਫਿਕ ਹੀਟ ਕੈਪੈਸਿਟੀਜ਼ ਨੇ, ਤੇ ਯਾਨੀ ਇਹਨੂੰ ਅਸੀਂ ਇੱਕ ਮੋਲ ਵਾਸਤੇ ਡਿਫਾਈਨ ਕਰਦੇ ਪਏ। ਹੁਣ ਨੈਕਸਟ ਲਾਈਨ ਚ ਉਹੀ ਆ ਜਾਏਗੀ, ਐਵਰੇਜ એનર્ਜੀ ਫॉर 1 ਮੋਲ ਆਫ ਗਿਵਨ ਗੈਸ, है ना। एक मॉलिक्यूल दियां अपने कोल एनर्जी जिहड़ी आ वो बन चुकी आ कि जे वो डायटोमिक मोनोटोमिक दा वा ते वो एक मॉलिक्यूल दियां 3 डिग्री ऑफ फ्रीडम आनियां सी, ओदी एनर्जी बन गई। हुण इदां दे मॉलिक्यूल, ठीक है, जिहदे च हर मॉलिक्यूल दियां 3 डिग्री ऑफ फ्रीडम आ, ठीक है, इदां दे एक मोल दे जिन्ने भी मॉलिक्यूल आ ओदी एनर्जी लिख दो, ते जिहड़ी एनर्जी ओदी आएगी इहनूं आपां U सिंबल दिन्ने पए, एंड दैट इज इक्वल टू 3/2 kBT। इन्नी एनर्जी एक मॉलिक्यूल दी आ, ते इदां दे n मेरे कोल जेडे एवोगैड्रो नंबर दे बराबर मॉलिक्यूल्स ने, यानी इनटू na आ जाएगा। आप एक टर्म पढ़ी सीगी, ठीक है जी, R/Na। पिछे अपने कोल टॉपिक है सी एवरेज काइनेटिक एनर्जी पर मॉलिक्यूल, इस चैप्टर दे अंदर ਉਹ ਚ ਅਸੀਂ SH R गैस कांस्टेंट ਨੂੰ ਜਦੋਂ एवोगैड्रो नंबर ਨਾਲ डिवाइड ਕਰਦੇ ਆ ਤੇ ਆਪਾਂ ਕਿਹਾ ਸੀ ਜੀ ਇਹ another constant k ਬਣ ਜਾਂਦਾ, ठीक है, यानी गैस कांस्टेंट डिवाइडेड बाय एवोगैड्रो नंबर दैट डिफाइन द न्यू कांस्टेंट व्हिच इज कॉल्ड एज द बोल्ट्जमैन कांस्टेंट। तो जे kb into na कर ला तो मेरा गैस कांस्टेंट r आ जाएगा। Yes, sir. देयरफॉर जे इथों डिफाइन करिए तो साडे कोल u दी वैल्यू 3/2 rt आ जू। इतना क्लियर आ? Yes, sir. Yes, sir. Yes, sir. रिलेशन जे मेनू आ रिलेशन आंदा होवे सीधा सीधा वो इथे ਆਪਾਂ यूज कर सकते। एक बारी दस ने ਆਪਾਂ बनाया किदां सी, ठीक है जी, ਆਪਾਂ SH जो ले रहे इस मूवमेंट ते ਆਪਾਂ कह रहे कि ਆਪਾਂ फर्स्ट जेड़ा वा इनू गैस नु हीट करते पे कांस्टेंट वॉल्यूम ते, फिर दूजी वारी कांस्टेंट प्रेशर दा कांसेप्ट लवांगे। कांस्टेंट वॉल्यूम वेले ਆਪਾਂ जे इदां लेके के चलिए कि जदों गैस नु तुसी हीट कर रहे हो बेटा, जदों गैस नु ਅਸੀਂ हीट करदे ਤੇ ਜਿਹੜੀ ਹੀਟ એનર્ਜੀ ਅਸੀਂ ਉਹਨੂੰ ਸਪਲਾਈ ਕਰਦੇ ਆ, ਹਨਾ, ਹੀਟ એનર્ਜੀ ਦਾ ਫਾਰਮੂਲਾ ਲਿਖੀਏ ਤੇ ਆਪਣੇ ਕੋਲ ਜਨਰਲ ਫਾਰਮੂਲਾ SH ਆਪਾਂ ms ਡੈਲਟਾ T ਲਿਖਦੇ ਆ, ਠੀਕ ਹੈ। ਆਪਣੇ ਕੋਲ 1 ਗ੍ਰਾਮ ਮੋਲ ਆਫ ਐਨ ਆਈਡੀਅਲ ਗੈਸ ਲਿੱਤਾ ਹੋਇਆ, ਠੀਕ ਹੈ, ਯਾਨੀ m ਦੀ ਵੈਲਿਊ ਆਪਾਂ 1 ਡਿਫਾਈਨ ਕਰਦੇ ਪਏ ਆ, ਗੈਸ ਦਾ 1 ਮੋਲ ਗਿਵਨ ਆ ਤੇ ਮੋਲਰ ਸਪੈਸੀਫਿਕ ਹੀਟ ਕੈਪੈਸਿਟੀ s ਨਾਲ ਦੱਸ ਕੇ cp ਤੇ cv ਨਾਲ ਦੱਸਦੇ ਆ, यानी इथे S दी थां ते सिंबल मेरा C चलदा पिया, और इस मोमेंट ते गैस नु हीट कांस्टेंट वॉल्यूम ते करदे पए आ, इसलिए इथे CV चलदा पिया। ਇਹਦਾ मतलब ये हो गया dq दी वैल्यू CV dt बन गई। Yes, sir. जे dq दी वैल्यू मेरे को CV dt बनी है बेटा, और दूसरे पासे ਆਪਾਂ ਜੋ ਕਰਨ ਲੱਗੇ ਪੁੱਤ ਇਸ ਡਰਾਈਵ ਕਿੱਥੋਂ ਕੀਤਾ ਸੀ ਰਿਲੇਸ਼ਨ, ਫਰਸਟ ਲਾਅ ਆਫ ਥਰਮੋਡਾਇਨਾਮਿਕਸ, ਉਸੇ ਦੀ ਗੱਲ ਦੁਬਾਰਾ ਕਰਦਾ ਮੈਂ, dq equal to du plus dw, ਠੀਕ ਹੈ, ਉਸ ਟਰਮ ਨੂੰ ਇੱਥੇ ਰੈਪੀਟੇਸ਼ਨ ਦੇ ਰਿਹਾ ਹਾਂ। ਅਸੀਂ ਗੈਸ ਨੂੰ ਹੀਟ ਕਾਂਸਟੈਂਟ ਵੋਲਿਊਮ ਤੇ ਕਰਦੇ ਪਏ ਤੇ dw ਹੁੰਦਾ pdv, ਠੀਕ ਹੈ, ਤੇ ਜੇ ਕਾਂਸਟੈਂਟ ਵੋਲਿਊਮ ਆ ਤੇ dv ਮੇਰਾ 0 ਆ, ਇਸ ਲਈ dw 0 ਹੋ ਜਾਣਾ, ठीक है। तो जे मैं हुन dq ਦਾ ਰਿਲੇਸ਼ਨ ਲਿਖ ਲਵਾਂ dq equal to du plus dw, ਆ ਟਰਮ ਤਾਂ 0 ਹੋ ਗਈ, ਇਹਦਾ ਮਤਲਬ dq equal to du ਆ ਜੋ, Yes, sir. Yes, sir. ਦੀ ਵੈਲਿਊ ਮੇਰੀ cv dt ਬਣੀ ਆ, ਤੇ देयरफॉर ਇਹਦਾ ਮਤਲਬ ਆਪਣੇ ਕੋਲ ਕੀ ਆ ਗਿਆ, cv dt equal to du, ठीक है, which implies du equal cv equal to du by dt। क्या आ स्टेप क्लियर ने? Yes, sir. Yes, sir. Yes, sir. Yes, sir. ਇਹੀ ਚੀਜ਼ ਜਿਹੜੀ ਆਪਾਂ ਇੱਥੇ ਡਰਾਈਵ ਕਰਦੇ ਇਹਨੂੰ ਬਿਨਾ ਡੈਰੀਵੇਸ਼ਨ ਤੋਂ ਤੁਸੀਂ ਇੱਥੇ ਡਾਇਰੈਕਟ ਯੂਜ਼ ਕਰ ਸਕਦੇ ਹੋ, ਠੀਕ ਹੈ। ਅਦਰਵਾਈਜ਼ ਇਹ ਸਟੈਪ ਤੁਸੀਂ ਨਾਲ ਸੋਲਵ ਕਰਦੇ। ਆਪਾਂ ਇੱਥੇ ਡਿਫਾਈਨ ਕਰੇ we know that cv equal to du by dt, ਇਹਦਾ ਮਤਲਬ u ਦੀ ਆ ਜਿਹੜੀ ਟੈਂਪਰੇਚਰ ਡਿਪੈਂਡੈਂਟ ਵੈਲਿਊ ਆ ਇਹਨੂੰ ਇਸ ਰਿਲੇਸ਼ਨ ਚ ਪੁੱਟ ਅਪ ਕਰ ਲਿਓ, d by dt of 3/2 rt, ਇਹਦੇ ਚੋਂ 3/2 r ਕਾਂਸਟੈਂਟ ਆ ਤੇ t ਪਾਵਰ 1 ਆ, ਇਹਦਾ d by dt of t ਆ ਜਾਏਗਾ, ਤੇ ਜਿਹਦੀ ਪਾਵਰ 1 ਆ ਉਹਦੀ ਡਿਫਰੈਂਸ਼ੀਏਸ਼ਨ ਸੋਲਵ ਕਰਕੇ ਵੀ ਆਪਣਾ 1 ਆ ਜਾਂਦਾ।
Yes. Yes, sir. डबल एदी डिफरेंशिएशन ਜਿਹੜੀ ਹੋਏਗੀ ਉਹ 3/2 r ਆ ਜਾਏਗੀ। ਲਵਿਸ਼ਾ ਅਟੈਂਡੈਂਸ ਲੈ ਲਈ ਜ਼ਰਾ, ਮੈਂ ਨਿਆਣੇ ਘਾਟਾ ਅੱਜ ਪੁੱਛਣਾ ਇਹਨਾਂ ਨੂੰ ਸਾਰਿਆਂ। ਸੋ cv ਦੀ ਵੈਲਿਊ 3/2 r ਆ ਜਾਣੀ ਹੈ। ਠੀਕ ਹੈ, ਇਹ ਹੁਣ ਆਪਣੇ ਕੋਲ ਆ ਗਿਆ cv। ਆਪਾਂ ਜੋ ਕੈਲਕੂਲੇਟ ਕਰਨਾ ਉਹ ਗਾਮਾ, ਤੇ ਗਾਮਾ ਮੇਰਾ cp ਤੇ cv ਦੀ ਰੇਸ਼ੋ ਆ, ਹੈ ਨਾ। cv ਜੇ ਆ ਗਿਆ cp ਕੱਢਿਆ ਜਾ ਸਕਦਾ ਬੇਟਾ, ਆਪਣੇ ਕੋਲ ਰਿਲੇਸ਼ਨ ਸਟੈਂਡ ਕਰਦਾ ਨਾਓ cp minus cv equal to r, ਤੇ ਮਤਲਬ cp ਦੀ ਵੈਲਿਊ ਆਪਣੀ r plus cv ਬਣ ਜੂ। Yes. ਤੇ cp ਆਪਣਾ ਮੋਨੋਟੋਮਿਕ ਗੈਸ ਵਾਸਤੇ ਡਿਫਾਈਨ ਆ। ਠੀਕ ਹੈ, ਇਹਦਾ ਮਤਲਬ ਇਹ ਹੋ ਗਿਆ r plus 3/2 r, ਯਾਨੀ 5/2 r ਵੈਲਿਊ ਆਪਣੇ ਕੋਲ ਜਿਹੜੀ ਆ ਉਹ ਐਸਐਚ ਕਹਿੰਦਾ ਜੀ cp minus cv ਦੀ ਆਦੀ। cp ਦੀ ਵੈਲਿਊ ਆਪਣੇ ਕੋਲ 5/2 r ਆ ਜਾਏਗੀ, cv अपना 3/2 r आया। ये दोनों दी रेशियो डिफाइन कर दो। देयरफॉर गामा इक्वल टू cp/cv, यानी अपनी वैल्यू बन जाएगी 5/2 r ओवर 3/2 r। r ना r ते 2 ना 2 कैंसिल आउट होके गामा दी वैल्यू 5/3 एंड दिस वैल्यू इज ग्रेटर देन 1। ते याद करियो आपा टॉपिक कीता सी स्लोप ऑफ एन आइसोथर्मल एंड एडियाबैटिक कर्व। ਉਹ ਚ ਅਸੀਂ ਕਿਹਾ ਸੀਗਾ ਕਿ ਵੀ ਹਮੇਸ਼ਾ ਜਿਹੜੀ ਐਡੀਆਬੈਟਿਕ ਕਰਵ ਦੀ ਸਲੋਪ ਆਂਦੀ ਆ, ਹਨਾ, ਉਹ ਗਾਮਾ ਟਾਈਮ ਗ੍ਰੇਟਰ, ਯਾਨੀ ਗਾਮਾ ਟਾਈਮ ਆਂਦੀ ਆਈਸੋਥਰਮਲ ਨਾਲ। ਤੇ ਦੂਜਾ ਸੀ ਉੱਥੇ ਵਰਡ ਯੂਜ਼ ਕੀਤਾ ਸੀ ਕਿ ਗਾਮਾ ਦੀ ਵੈਲਿਊ ਕਿਸੇ ਵੀ ਗੈਸ ਵਾਸਤੇ ਕੰਸੀਡਰ ਕਰੀਏ, ਮੋਨੋ ਡਾਈ ਟਰਾਈ ਪੋਲੀ ਕੋਈ ਵੀ ਲੈ ਲਾ, ਹਰ ਗੈਸ ਵਾਸਤੇ ਗਾਮਾ ਦੀ ਵੈਲਿਊ ਹਮੇਸ਼ਾ 1 ਤੋਂ ਗ੍ਰੇਟਰ। क्या इतनी चीज क्लियर है? Yes, sir. Yes, sir. ਤੁਹਾਡੀ ਡੈਰੀਵੇਸ਼ਨ ਜਿਹੜੀ ਮੋਨੋ ਐਟੋਮਿਕ ਗੈਸ ਦੀ ਗਾਮਾ ਵੈਲਿਊ ਕੈਲਕੂਲੇਟ ਕਰਨ ਵਾਸਤੇ ਕੰਪਲੀਟ ਆ। ਇੱਕ ਵਾਰੀ ਕੱਲੇ ਸਟੈਪ ਨੂੰ ਨਿਗਾਹ ਮਾਰੋ। ਠੀਕ ਹੈ, ਜੇ ਸਿੰਗਲ ਵਰਡ ਡਾਊਟ ਕਿਤੇ ਵੀ ਹੈਗਾ ਤੇ ਉਹ ਮੈਨੂੰ ਪਹਿਲਾਂ ਡਿਫਾਈਨ ਕਰੋਗੇ।